ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਮੁਲਾਜ਼ਮ ਲਹਿਰ ਦੇ ਵਿੱਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਉਹਨਾਂ ਮੁਲਾਜ਼ਮਾਂ ਦੇ ਲਈ ਹੈ, ਉਹਨਾਂ ਕਰਮਚਾਰੀਆਂ ਦੇ ਲਈ ਹੈ ਜਿਹੜੇ ਕਿ ਆਪਣੀ ਮੰਗਾਂ ਨੂੰ ਲੈ ਕੇ ਸੜਕਾਂ ਤੇ ਆ ਜਾਂਦੇ ਨੇ। ਸਰਕਾਰਾਂ ਵਾਅਦੇ ਤਾਂ ਕਰਦੀ ਹੈ ਲੇਕਿਨ ਵਾਅਦੇ ਅਧੂਰੇ ਰਹਿ ਜਾਂਦੇ ਹੈ। सिर्फ चोणा दे वेले वो वादे पूरे होंदे नज़र आते हैं। हालांकि बार बार आश्वासन मिलन तो बाद भी जिहड़े मुलाजिम है अपना काम करते रहते इस उम्मीद दे नाल कि नवी सरकार आएगी, नवी उन्हां दे लई स्कीम्स आउणगीआं, उन्हां नूं रेगूलर किया जाएगा ते उन्हां दी जिहड़ी पे स्केल है वो भी वधा दिते जाणगे। लेकिन जिहड़े कहंदे ने कि कुछ सरकारां सिर्फ इस करके सत्ता दे विच आंदी हैं कि सिर्फ मुलाजिमां नूं उस वेले तक आश्वासन दिता जाता है जब तक वोटां नहीं पैंदियां, वोटां तो बाद चीज़ां बदल जांदियां ने। लेकिन जिहड़े मुलाजिम है जे उन्हां दी मंगां पिछली सरकार वेले सीगी उही मंगां इस सरकार वेले भी बनी रहिंदी है ते इन्हां मुलाजिमां दी गल जिहड़ी है सरकार तक पहुंचाउण दी कोशिश इस प्रोग्राम दे राही असीं करांगे। ते अज गल करांगे नैशनल हैल्थ मिशन दे मुलाजिमां दी। पंजाब दे 95 से मुलाजिम है। इन्हां विचों अवतार सिंह जी साडे नाल ने। इन्हां तो जानणगे कि आखिर की इन्हां दी समस्यावां ने, की मंगां ने ते NHM दे जिहड़े वर्कर्स ने इन्हां दा की कुछ कम रहिंदा है, सरकार दे विच सेंटर गवर्नमेंट दा किन्ना रोल है ते स्टेट गवर्नमेंट दा किन्ना की रोल है। इन्हां सारा मुद्दे उत्ते चर्चा करांगे। बहुत बहुत स्वागत है अवतार जी तुहाडा पंजाब टुडे दे विच। जिस तरीके दे नाल मैं कहा नैशनल हैल्थ मिशन होंद दे विच 2005 तो शुरुआत हुई सी, 2008 कहिए कि पूरे देश दे विच काफ़ी सारे सूबਿਆਂ ਦੇ ਵਿੱਚ NHM वर्कर्स देखे गए। लेकिन ਹੁਣ ਜਿਹੜੇ ਹਾਲਾਤਾਂ ਦੀ ਅਸੀਂ ਗੱਲ ਕਰੀਏ, ਜਿਹੜੀ ਮੰਗਾਂ ਦੀ ਗੱਲ ਕਰੀਏ, ਕੀ ਕੁਝ ਮੰਗਾਂ ਸੀਗੀਆਂ? ਬਹੁਤ ਬਹੁਤ ਧੰਨਵਾਦ ਪੂਜਾ ਜੀ, ਤੁਸੀਂ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ। ਅਸੀਂ ਨੈਸ਼ਨਲ ਹੈਲਥ ਮਿਸ਼ਨ ਜੋ ਕਿ ਪਹਿਲਾਂ ਨੈਸ਼ਨਲ ਰੂਰਲ ਹੈਲਥ ਮਿਸ਼ਨ ਸੀਗਾ 2005 ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਲਾਗੂ ਹੋਇਆ। 2008 ਦੇ ਵਿੱਚ ਇਹਨੂੰ ਪੰਜਾਬ 'ਚ ਲਾਗੂ ਕੀਤਾ ਗਿਆ ਔਰ ਉਸ ਸਮੇਂ ਲਗਭਗ 3500 ਇੰਪਲੋਇਜ਼ ਜਿਹੜਾ ਰਿਕਰੂਟ ਕੀਤਾ ਗਿਆ ਪਹਿਲਾਂ। ਉਸ ਤੋਂ ਬਾਅਦ ਵੱਖ-ਵੱਖ ਫੇਜ਼ ਦੇ ਵਿੱਚ ਹੁਣ ਇਸ ਸਮੇਂ ਲਗਭਗ 9500 ਇੰਪਲੋਏ ਜਿਹੜਾ NRHM ਦੇ ਵਿੱਚ NHM ਜਿਹੜਾ ਕਿ ਹੁਣ ਹੋ ਗਿਆ ਉਸ ਦੇ ਵਿੱਚ ਕੰਮ ਕਰ ਰਿਹਾ। ਔਰ ਪਿਛਲੇ ਤੁਸੀਂ ਸੋਚ ਸਕਦੇ ਹੋ 2008 ਤੋਂ 15 ਸਾਲਾਂ ਤੋਂ ਲਗਾਤਾਰ ਕੰਮ ਕਰ ਰਹੇ ਹਾਂ। ਔਰ ਇਸ ਦੌਰਾਨ ਕੰਮ ਕਰਦੇ ਹੋਏ ਸਾਡੇ ਇੰਪਲੋਇਜ਼ ਨੇ ਜਿਹੜਾ ਕਿ ਸਾਡੇ ਇੱਥੇ ਸੰਸਥਾਗਤ ਜਨੇਪੇ ਜਿਹੜੇ ਡਿਲੀਵਰੀਆਂ ਹੁੰਦੀਆਂ ਨੇ ਉਹ ਕਿਸੇ ਵੇਲੇ ਸਰਕਾਰੀ ਹਸਪਤਾਲਾਂ ਦੇ ਵਿੱਚ ਨਾਮ ਮਾਤਰ ਹੁੰਦੇ ਸੀ। ਅੱਜ ਜਿਹੜੇ 50 ਤੋਂ 60% ਜਨੇਪੇ ਨੇ ਉਹ ਸਰਕਾਰੀ ਹਸਪਤਾਲਾਂ 'ਚ ਹੁੰਦੇ ਨੇ ਔਰ ਬਾਕੀ ਜਿਹੜੇ 95% ਜਨੇਪੇ ਜਿਹੜੇ ਨੇ ਮੋਰ ਦੈਨ 95 ਮਤਲਬ 95 ਤੋਂ ਵੀ ਵੱਧ ਜਿਹੜੇ ਨੇ ਉਹ ਇੰਸਟੀਟਿਊਸ਼ਨਲ ਡਿਲੀਵਰੀਆਂ ਹੁੰਦੀਆਂ ਨੇ, ਉਹ ਚਾਹੇ ਪ੍ਰਾਈਵੇਟ ਹੋਣ ਚਾਹੇ ਉਹ ਸਰਕਾਰੀ ਹੋਣ ਜੀ। ਇਸੇ ਤਰ੍ਹਾਂ ਜਿਹੜਾ ਬੱਚਿਆਂ ਦੀ ਮੌਤ ਦਰ ਸੀਗੀ, ਬੱਚਿਆਂ ਦੀ ਮੌਤ ਦਰ ਉਸ ਵੇਲੇ ਬਹੁਤ ਜ਼ਿਆਦਾ ਸੀ ਜੀ ਔਰ ਇਸ ਟਾਈਮ ਉਹ ਘਟ ਕੇ ਬਹੁਤ ਹੀ ਘੱਟ ਆ ਚੁੱਕੀ ਹੈ ਜਿਹੜੀ ਕਿ 18 ਤੋਂ 20 ਪਰ 1000 ਜਿਹੜਾ ਕਿ ਅਸੀਂ ਕਹਿੰਦੇ ਹਾਂ ਕਿ ਉੱਥੇ ਆ ਚੁੱਕੀ ਹੈ ਸਾਡੀ। ਠੀਕ ਹੈ ਜੀ। ਔਰ ਇਹ ਦੋਨੇ ਜੱਚਾ ਬੱਚਾ ਮੌਤ ਦਰ ਨੂੰ ਘਟਾਇਆ। ਇਸ ਤੋਂ ਇਲਾਵਾ ਜਿਹੜੇ ਕਿ ਸਾਡੇ ਰੀਪਰੋਡਕਟਿਵ ਰੇਟ ਸੀਗਾ ਜਿਹੜਾ ਕਿ ਅਸੀਂ ਕਹਿੰਦੇ ਜੀ ਟੋਟਲ ਫਰਟੀਲਿਟੀ ਰੇਟ ਜਿਹੜੀ ਉਹ ਗਵਰਨਮੈਂਟ ਆਫ ਇੰਡੀਆ ਨੇ ਟਾਰਗੇਟ ਰੱਖਿਆ ਸੀਗਾ 18 ਦਾ, ਪਰ ਅਸੀਂ ਉਹਦੇ ਤੋਂ ਵੀ ਥੱਲੇ 16 ਤੇ ਆ ਗਏ ਆ। ਇਸ ਤੋਂ ਵੀ ਘੱਟ ਆ ਗਏ ਆ, 16 ਦੇ ਕਰੀਬ ਆ ਗਏ। ਮਤਲਬ ਜੋ ਟੀਚੇ ਗਵਰਨਮੈਂਟ ਆਫ ਇੰਡੀਆ ਨੇ ਸਾਨੂੰ ਦਿੱਤੇ ਸੀ ਅਸੀਂ ਉਹ ਪੂਰੇ ਕਰ ਚੁੱਕੇ ਆ। ਇਸ ਤੋਂ ਇਲਾਵਾ ਕੋਵਿਡ ਹੋਰ ਜਿਹੜੀਆਂ ਅਦਰ ਕਮਿਊਨੀਕੇਬਲ ਹੁਣ ਨੌਨ ਕਮਿਊਨੀਕੇਬਲ ਡਿਜ਼ੀਜ਼ ਨੇ ਉਹਨਾਂ ਸਾਰਿਆਂ ਦੇ ਵਿੱਚ ਹੀ NRHM ਦੇ ਮੁਲਾਜ਼ਮ ਵੱਧ ਚੜ ਕੇ ਆਪਣਾ ਯੋਗਦਾਨ ਦੇ ਰਹੇ ਨੇ। योगदान की तुसी गल की अवतार जी, NHM की हर एक हैल्थ वर्कर्स की काफ़ी ज़्यादा अहमियत देखी असी खासकर कोविड के समय। कोविड तो बाद काफ़ी जड़े हैल्थ तो रिलेटिड जिन्हें भी जथेबंदियां सीगियां वो कई बारी सरकारां दे कोल गईयां, पे स्केल की भी गल की ते नाल दे नाल रेगूलर होने की भी गल की, क्योंकि जेकर उन्हां हालातां दे विच तुसी काम कीता है ते तुहानूं जेकर कुछ हो जाता तो उस तो बाद तुहाडे परिवारां नूं की कुछ होएगा, यही जिहड़ी मंग नूं लैके सरकारां दे कोल भी गए सीगे ते तुसी तुहाडे जिहड़ी जथेबंदी वो भी गई सीगी ते की कुछ उस दौरान पूरा कहिए कि कुछ सरकार दे नाल गलबात रही? मैम ਤੁਹਾਨੂੰ ਇਹ ਦੱਸਣਾ ਚਾਹਾਂਗੇ ਕਿ ਸਾਡੇ 2-3 ਸਾਥੀ ਤਾਂ ਇਸ ਦੌਰਾਨ ਵਿਚਾਰੇ ਪਰਿਵਾਰਾਂ ਦੀ ਤਾਂ ਗੱਲ ਹੀ ਨਹੀਂ ਕਰਦੇ ਜਿਹੜੇ ਕਿ ਮੁਲਾਜ਼ਮ ਸੀ, ਖੁਦ ਆਪਣਾ ਜੀਵਨ ਖੋ ਚੁੱਕੇ ਨੇ। ਇਸ ਤੋਂ ਇਲਾਵਾ ਪਤਾ ਨਹੀਂ ਕਿੰਨੇ ਹੀ ਸੈਂਕੜੋਂ ਜਿਹੜੇ ਸੀਗੇ ਇਸ ਬਿਮਾਰੀ ਦੀ ਚਪੇਟ ਵਿੱਚ ਆ ਕੇ ਮੈਂ ਖੁਦ ਉਸ ਦਾ ਭੁਗਤ ਭੋਗੀ ਹਾਂ ਜੀ। मैं खुद 17 दिन बहुत मुश्किल नाल बचिया
ਇਸੇ ਤਰ੍ਹਾਂ ਮੇਰੇ ਫਾਦਰ ਸਾਹਿਬ ਘੱਟੋ ਘੱਟ 3-4 ਲੱਖ ਰੁਪਇਆ ਲੱਗਿਆ। ਤੁਸੀਂ ਹੈਰਾਨੀ ਦੀ ਗੱਲ ਹੈ ਕਿ ਅਸੀਂ ਸਿਹਤ ਦੇ ਮੁਲਾਜ਼ਮ ਹੋ ਕੇ, ਸਿਹਤ ਵਿਭਾਗ ਦੇ ਮੁਲਾਜ਼ਮ ਹੋ ਕੇ ਸਾਨੂੰ ਕੋਈ ਸਿਹਤ ਸੁਵਿਧਾਵਾਂ ਫ੍ਰੀ 'ਚ ਨਹੀਂ ਮਿਲਦੀਆਂ। ਤੁਸੀਂ ਇਹ ਹੈਰਾਨੀ ਦੀ ਗੱਲ ਹੈ, ਸਾਨੂੰ ਕਿਸੇ ਤਰ੍ਹਾਂ ਦੀ ਸਿਹਤ ਸੁਵਿਧਾ ਫ੍ਰੀ ਨਹੀਂ ਦਿੱਤੀ ਜਾਂਦੀ, ਨਾ ਸਾਡੇ ਲਈ ਨਾ ਸਾਡੇ ਪਰਿਵਾਰ ਲਈ। ਕੋਈ ਇੰਸ਼ੋਰੈਂਸ, ਕੋਈ ਕਿਸੇ ਤਰ੍ਹਾਂ ਦੀ ਹੈਲਥ ਪਾਲਿਸੀ ਸਾਡੇ ਲਈ ਨਹੀਂ ਬਣੀ ਅੱਜ ਤੱਕ। ਤੇ ਇਸ ਦਾ ਕੀ ਔਰ ਕਾਰਨ ਇਸ ਦੌਰਾਨ ਸਰਕਾਰਾਂ ਦੇ ਕੋਲ ਅਸੀਂ ਗਏ, ਸਰਕਾਰਾਂ ਨੇ ਸਾਨੂੰ ਉਹੀ ਗੱਲ ਹੈ ਕਿ ਤੁਸੀਂ ਕੰਮ ਕਰੋ। ਔਰ ਅਸੀਂ ਵੀ ਉਸ ਟਾਈਮ ਨਾ ਇੱਕ ਇਹ ਗੱਲ ਸੀਗੀ ਕਿ ਅਸੀਂ ਇਨਸਾਨੀਅਤ ਦੇ ਨਾਤੇ ਸਾਡਾ ਫਰਜ਼ ਸੀ ਕਿ ਅਸੀਂ ਸਿਹਤ ਵਿਭਾਗ 'ਚ ਕੰਮ ਕਰਦੇ ਹਾਂ ਤਾਂ ਅਸੀਂ ਕੋਈ ਹੜਤਾਲਾਂ ਨਾ ਕਰੀਏ। ਤਾਂ ਸਰਕਾਰਾਂ ਨੇ ਇੱਕ ਨਾਮ ਮਾਤਰ ਜਾਂ ਸਾਨੂੰ ਸੈਲਰੀਜ਼ ਦੇ ਵਿੱਚ ਵਾਧਾ ਦੇ ਕੇ ਇੱਕ ਵਾਰ 10-12%, ਇੱਕ ਵਾਰੀ 5-6% ਇਸ ਤਰ੍ਹਾਂ ਦੇ ਕੇ ਸਾਨੂੰ ਬਸ ਆਪਣਾ ਕੰਮ ਸਾਰ ਲਿਆ। ਇਸ ਦਾ ਕੀ ਕਾਰਨ ਮੰਨਦੇ ਹੋ ਕਿ ਸਿਹਤ ਕਹਿੰਦੇ ਕਿ ਬੁਨਿਆਦੀ ਢਾਂਚੇ ਦੇ ਵਿੱਚ ਸਿੱਖਿਆ ਦੇ ਨਾਲ ਸਿਹਤ ਵੀ ਉਨੀ ਜ਼ਿਆਦਾ ਇੰਪੋਰਟੈਂਟ ਰਹਿੰਦੀ ਹੈ, ਲੇਕਿਨ ਜਦ ਗੱਲ ਕਰਦੇ ਹਾਂ ਤੇ ਹੈਲਥ ਵਰਕਰਸ ਬਹੁਤ ਜ਼ਿਆਦਾ ਘੱਟ ਨੇ, ਗਿਣਤੀ ਵੀ ਘੱਟ ਹੈ, ਕੰਟਰੈਕਟ ਤੇ ਰੱਖੇ ਜਾਂਦੇ ਨੇ, ਰੈਗੂਲਰ ਨਹੀਂ ਕੀਤਾ ਜਾਂਦਾ। ਤੇ ਇਸ ਤੋਂ ਇਲਾਵਾ ਪੇ ਸਕੇਲ ਵੀ ਬਹੁਤ ਘੱਟ ਹੈ। ਤੇ ਉਸ ਤੋਂ ਬਾਅਦ ਜੇਕਰ ਜਿਨ੍ਹਾਂ ਦੇ ਜਿਹੜੇ ਕੰਟਰੈਕਟ ਤੇ ਨੇ, ਜੇ ਉਹਨਾਂ ਦਾ ਕੁਝ ਹੋ ਜਾਂਦਾ ਹੈ ਤੇ ਪਿੱਛੇ ਪਰਿਵਾਰ ਦੇ ਲਈ ਵੀ ਕੁਝ ਨਹੀਂ ਬਣਦਾ, ਨਾ ਕੋਈ ਪੈਨਸ਼ਨ ਦੀ ਸਕੀਮ ਹੈ ਜਾਂ ਹੋਰ ਵੀ ਕੋਈ ਸਕੀਮਸ ਦਾ ਲਾਭ ਜਿਹੜਾ ਹੈ ਉਹ ਨਹੀਂ ਲੈ ਸਕਦੇ ਹੋ। ਕੀ ਕਾਰਨ ਮੰਨਦੇ ਹੋ ਇਨ ਸਾਰੀ ਚੀਜ਼ਾਂ ਦਾ? ਇਹ ਮੈਂ ਤਾਂ ਇਹੀ ਕਹਿਣਾ ਕਿ ਸਾਡੇ ਜਿਹੜੀ ਸਰਕਾਰ ਹੈ, ਸਰਕਾਰ ਦੀ ਸ਼ਰੇਆਮ ਸਰਕਾਰ ਨੂੰ ਸੋਚਣਾ ਚਾਹੀਦਾ, ਜੋ ਸਾਡੀ ਸਰਕਾਰਾਂ ਚੁਣ ਕੇ ਆਉਂਦੀਆਂ ਨੇ, ਉਹ ਚਾਹੇ ਕੋਈ ਵੀ ਸਰਕਾਰ ਹੋਵੇ। ਮੌਜੂਦਾ ਸਰਕਾਰ ਹੈ, ਸਾਡੇ ਨਾਲ ਬਹੁਤ ਵਾਅਦੇ ਕੀਤੇ ਨੇ। ਮੌਜੂਦਾ ਸਰਕਾਰ ਨੇ ਸਾਡੇ ਧਰਨਿਆਂ ਦੇ ਵਿੱਚ ਵੀ ਬੈਠੇ ਨੇ ਆ ਕੇ। ਸਾਡੇ 2 ਕੈਬਨਿਟ ਮਿਨਿਸਟਰ ਇਸ ਟਾਈਮ ਦੇ ਮੌਕੇ ਦੇ ਕੈਬਨਿਟ ਮਿਨਿਸਟਰ ਨੇ ਖਰੜ ਦੇ ਵਿੱਚ ਸਾਡੇ ਧਰਨੇ ਦੇ ਵਿੱਚ ਬੈਠ ਕੇ ਸਾਨੂੰ ਇਹ ਕਹਿ ਕੇ ਗਏ ਸੀ ਕਿ ਅਸੀਂ ਤੁਹਾਨੂੰ ਪੱਕੇ ਕਰਾਂਗੇ, ਰੈਗੂਲਰ ਕਰਾਂਗੇ, ਤੁਹਾਨੂੰ ਪੇ ਸਕੇਲ ਦੇਵਾਂਗੇ, ਬਿਲਕੁਲ ਸਾਰੇ ਲਾਭ ਦੇਵਾਂਗੇ। ਪਰ ਅੱਜ ਹੈ ਕਿ ਸਾਲ ਤੋਂ ਉੱਪਰ ਬੀਤ ਗਿਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੈ ਇਸ ਵਾਰ। ਨਵੇਂ ਸਿਹਤ ਮੰਤਰੀ ਬਣੇ ਨੇ ਡਾਕਟਰ ਬਲਬੀਰ ਸਿੰਘ, ਉਹਨਾਂ ਨਾਲ ਕੋਈ ਮੁਲਾਕਾਤ ਹੋਈ ਹੈ? ਉਹਨਾਂ ਨਾਲ ਆਪਣੀ ਮੰਗਾਂ ਰੱਖੀਆਂ? ਕਿਉਂਕਿ ਤੁਹਾਡੀ ਮੰਗਾਂ ਜਿਹੜੀਆਂ ਖਾਸ ਕਰ ਰੈਗੂਲਰ ਤੇ ਇਸ ਤੋਂ ਇਲਾਵਾ ਜਿਹੜਾ ਤੁਹਾਡੀ ਤਨਖਾਹਾਂ ਨੇ ਉਸ ਵਿੱਚ ਵਾਧਾ ਤੁਸੀਂ ਮੰਗ ਕਰ ਰਹੇ ਹੋ, ਤੇ ਕੋਈ ਗੱਲਬਾਤ ਹੋਈ ਹੈ? ਮਾਨਯੋਗ ਸਿਹਤ ਮੰਤਰੀ ਜੀ ਨੇ ਬੰਦਿਆਂ ਹੀ ਸਾਨੂੰ ਕਾਲ ਕੀਤਾ ਸੀ, ਮੀਟਿੰਗ ਹੋਈ ਸੀ। ਉਸ ਮੀਟਿੰਗ ਦੇ ਵਿੱਚ ਉਸ ਤੋਂ ਬਾਅਦ ਸਾਨੂੰ ਕਿਹਾ ਗਿਆ ਕਿ ਤੁਹਾਨੂੰ ਬਹੁਤ ਜਲਦੀ ਕੋਈ ਨਾ ਕੋਈ ਖੁਸ਼ਖਬਰੀ ਮਿਲੇਗੀ। ਉਸ ਤੋਂ ਬਾਅਦ ਇੱਕ ਸੈਕੰਡ ਮੀਟਿੰਗ ਵੀ ਹੋਈ ਹੈ, ਉਸ ਵਿੱਚ ਵੀ ਕਿਹਾ ਗਿਆ ਕਿ ਅਸੀਂ ਕੋਈ ਨਾ ਕੋਈ ਹੱਲ ਕਰ ਰਹੇ ਹਾਂ, ਪਰ ਕੀ ਹੱਲ ਕਰ ਰਹੇ ਹਾਂ ਉਹ ਨਹੀਂ। ਅੱਜ ਹੀ ਲੇਟੈਸਟ ਸਾਡੇ ਕੋਲ ਇੱਕ ਮੈਸੇਜ ਆਇਆ ਕਿ 10 ਤਾਰੀਖ ਨੂੰ ਸਿਹਤ ਮੰਤਰੀ ਸਾਹਿਬ ਨੇ ਤੁਹਾਨੂੰ ਦੁਬਾਰਾ ਮੀਟਿੰਗ ਲਈ ਸਾਰੀ ਜਥੇਬੰਦੀ ਨੂੰ ਬੁਲਾਇਆ। ਅਸੀਂ ਉਮੀਦ ਕਰਦੇ ਹਾਂ, ਸਿਹਤ ਮੰਤਰੀ ਸਾਹਿਬ ਖੁਦ ਇੱਕ ਡਾਕਟਰ ਨੇ, ਸਪੈਸ਼ਲਿਸਟ ਨੇ, ਬੜੇ ਵਧੀਆ ਉਹਨਾਂ ਦਾ ਨਾਮ ਹੈ, ਬਹੁਤ ਵਧੀਆ ਸੁਣਿਆ। ਔਰ ਮੈਂ ਜਿਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਹੈ, ਉਮੀਦ ਵੀ ਕਰਦੇ ਹਾਂ ਕਿ ਸ਼ਾਇਦ ਉਹ ਸਾਡੀਆਂ ਮੰਗਾਂ ਪ੍ਰਤੀ ਸੰਜੀਦਾ ਹੋਣਗੇ ਤੇ ਇਹਨੂੰ ਹੱਲ ਕਰਨਗੇ। ਬਿਲਕੁਲ ਉਮੀਦ ਤਾਂ ਕਰਦੇ ਹੋ, ਲੇਕਿਨ ਪਿਛਲੀ ਸਰਕਾਰਾਂ ਦੇ ਦੌਰਾਨ ਕੀ ਕੁਝ ਵਾਅਦੇ ਕੀਤੇ ਗਏ ਸੀ? ਚੋਣਾਂ ਤੋਂ ਪਹਿਲਾਂ ਇਹੀ ਸਰਕਾਰ ਸੀਗੀ, ਇਹਨਾਂ ਨੇ ਕੀ ਕੁਝ ਵਾਅਦਾ ਕੀਤਾ ਸੀ? ਇਹਨਾਂ ਨੇ ਜੀ ਸਾਨੂੰ ਬਿਲਕੁਲ ਸਾਡੇ ਮਾਨਯੋਗ ਵਿੱਤ ਮੰਤਰੀ ਸਾਹਿਬ ਹਰਪਾਲ ਚੀਮਾ ਜੀ, ਕੈਬਨਿਟ ਮਿਨਿਸਟਰ ਅਨਮੋਲ ਗਗਨ ਮਾਨ, ਦੋਨੋਂ ਸਾਡੇ ਧਰਨੇ ਦੇ ਵਿੱਚ ਸ਼ਾਮਲ ਹੋਏ ਔਰ ਸਾਨੂੰ ਇਹ ਵਾਅਦਾ ਕਰਕੇ ਗਏ ਸਾਡੀ ਸਟੇਜ ਤੋਂ ਕਿ ਅਸੀਂ ਤੁਹਾਨੂੰ, ਸਾਡੀ ਸਰਕਾਰ ਬਣੀ ਤਾਂ ਅਸੀਂ ਤੁਹਾਨੂੰ ਰੈਗੂਲਰ ਕਰਾਂਗੇ ਔਰ ਸਾਰੇ ਲਾਭ ਦੇਵਾਂਗੇ। ਪਰ ਅੱਜ ਪਤਾ ਨਹੀਂ ਅਸੀਂ ਹੈਲਥ ਇਹਨਾਂ ਨੂੰ ਕਿਉਂ ਭੁੱਲ ਗਿਆ, ਜਦ ਕਿ ਸਰਕਾਰ ਦੀ ਤਰਜੀਹ ਜਿਹੜੀ ਹੈ ਸਿਹਤ ਤੇ ਸਿੱਖਿਆ ਸੀਗੀ। ਮੈਂ ਇੱਥੇ ਵੀ ਆਪ ਜੀ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਜੀ ਕਿ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਸਰਵ ਸਿੱਖਿਆ ਅਭਿਆਨ ਸੀਗਾ, ਇਸੇ ਤਰ੍ਹਾਂ ਸੈਂਟਰ ਗਵਰਨਮੈਂਟ ਦੀ ਦਾਇਰਾ ਉਸੇ ਤਰ੍ਹਾਂ ਚੱਲਦੇ ਸੀ 60-40 ਦੇ ਰੇਸ਼ੀਓ ਨਾਲ। ਉਹ ਸਾਰੇ ਟੀਚਰ ਪੱਕੇ ਕੀਤੇ ਜਾ ਚੁੱਕੇ ਨੇ। ਉਹਨਾਂ ਦੇ ਵਿੱਚ ਦਫ਼ਤਰੀ ਸਟਾਫ ਸੀਗਾ, ਉਹ ਵੀ ਕੀਤਾ ਜਾ ਚੁੱਕਾ ਹੈ। ਕੰਪਿਊਟਰ ਟੀਚਰ ਨੇ ਬਹੁਤ ਸਾਲਾਂ ਤੋਂ ਪੂਰੀ ਤਨਖਾਹ ਲੈ ਰਹੇ ਨੇ ਜੀ ਪਿਕਟੈਸ ਸੁਸਾਇਟੀ ਦੇ ਵਿੱਚ। ਅਸੀਂ ਇਹਨਾਂ ਨੂੰ ਇਹ ਵੀ ਕਿਹਾ ਹੈ ਸਾਰੀਆਂ ਸਰਕਾਰ ਨੂੰ ਕਿ ਸਾਨੂੰ ਬਰਾਬਰ ਤਨਖਾਹ ਤਾਂ ਦੇ ਦਿਓ, ਕੰਮ ਤੁਸੀਂ ਸਾਨੂੰ ਉਦੋਂ ਵੀ ਵੱਧ ਲੈਂਦੇ ਡਾਇਰੈਕਟ ਤੇ ਆ, ਨਹੀਂ ਤਾਂ ਤੁਹਾਡਾ ਕੰਟਰੈਕਟ ਰੀਨਿਊ ਨਹੀਂ ਹੋਏਗਾ ਤੁਸੀਂ ਕੰਮ ਨਾ ਕੀਤਾ ਤਾਂ। ਅਦਰਵਾਈਜ਼ ਸਾਨੂੰ ਤਨਖਾਹ ਜਿਹੜੀ ਆ ਉਦੋਂ 4 ਗੁਣਾ ਘੱਟ ਮਿਲਦੀ ਹੈ ਰੈਗੂਲਰ ਦੇ ਪਰ। ਬਿਲਕੁਲ ਇਹ ਸਾਰੀ ਸਮੱਸਿਆਵਾਂ ਤਾਂ ਹੈ ਹੀ ਹੈ। ਤੇ ਅਵਤਾਰ ਜੀ ਇਹ ਵੀ ਜਾਨਣਾ ਚਾਹਾਂਗੇ ਕਿਉਂਕਿ ਨੈਸ਼ਨਲ ਹੈਲਥ ਮਿਸ਼ਨ ਸੈਂਟਰ ਗਵਰਨਮੈਂਟ, ਯੂਨੀਅਨ ਗਵਰਨਮੈਂਟ ਨੇ ਜਿਹੜਾ ਸ਼ੁਰੂਆਤ ਕੀਤੀ ਸੀਗੀ, ਕਿੰਨਾ ਕੀ ਰੋਲ ਸਟੇਟ ਗਵਰਨਮੈਂਟ ਦਾ ਰਹਿੰਦਾ ਹੈ ਤੇ ਕਿੰਨਾ ਕੀ ਰੋਲ ਸੈਂਟਰ ਗਵਰਨਮੈਂਟ ਦਾ ਇਸ ਵਿੱਚ ਰਹਿੰਦਾ ਹੈ, ਤੇ ਕੀ ਤੁਸੀਂ ਆਪਣੀ ਮੰਗਾਂ ਨੂੰ ਲੈ ਕੇ ਯੂਨੀਅਨ ਮਿਨਿਸਟਰੀ ਤੱਕ ਵੀ ਆਪਣੀ ਜਿਹੜੀ ਹੈ ਪਹੁੰਚ ਕੀਤੀ ਹੈ? ਜੀ ਮੈਮ, ਅਸੀਂ ਦੱਸਣਾ ਚਾਹਾਂਗੇ ਕਿ ਇਸ ਤੋਂ ਪਹਿਲਾਂ ਅਸੀਂ ਬਹੁਤ ਸਾਰੇ ਲੈਟਰਸ ਲਿਖੇ ਆ, ਬਹੁਤ ਸਾਰੀਆਂ ਯੂਨੀਅਨ ਲੈਵਲ ਤੇ ਮੀਟਿੰਗਸ ਵੀ ਹੋਈਆਂ ਨੇ।
ਪਹਿਲਾਂ ਬਾਦਲ ਸਰਕਾਰ, ਅਕਾਲੀ ਭਾਜਪਾ ਸਰਕਾਰ ਵੇਲੇ ਸਿਹਤ ਮੰਤਰੀ ਸਾਹਿਬ ਸਾਡੇ ਨਾਲ ਗਏ ਸੀ। ਉਸ ਵਕਤ ਸਿਹਤ ਅਧਿਕਾਰੀ ਵੀ ਜਿਹੜੇ ਸਾਡੇ ਉੱਚ ਅਧਿਕਾਰੀ ਸੀ ਉਹ ਵੀ ਨਾਲ ਗਏ ਸੀ। ਯੂਨੀਅਨ ਮਿਨਿਸਟਰ ਨਾਲ ਗੱਲ ਹੋਈਆਂ, ਉਹਨਾਂ ਨੇ ਕਿਹਾ ਕਿ ਇਟਸ ਦਾ ਮੈਟਰ ਆਫ ਸਟੇਟ, ਇਹ ਤੁਹਾਡਾ ਸਟੇਟ ਦਾ ਮੈਟਰ ਹੈ, ਤੁਸੀਂ ਚਾਹੋ ਇਹਨਾਂ ਨੂੰ ਰੈਗੂਲਰ ਕਰੋ, ਜੋ ਵੀ ਤੁਸੀਂ ਸਾਡੇ ਤੋਂ ਡਿਮਾਂਡ ਕਰੋਗੇ 60-40 ਦੇ ਹਿਸਾਬ ਨਾਲ ਅਸੀਂ ਤੁਹਾਨੂੰ ਦੇ ਜਾਵਾਂਗੇ। ਤੁਸੀਂ ਜੋ ਵੱਖਰਾ ਇਹਨਾਂ ਨੂੰ ਲਾਭ ਦੇਣਾ ਚਾਹੁੰਦੇ ਹੋ ਸਟੇਟ ਦਾ ਮੁੱਦਾ, ਤੁਸੀਂ ਦੇ ਸਕਦੇ ਹੋ। ਇਸੇ ਤਰ੍ਹਾਂ ਉਸ ਵਕਤ ਉਹਨਾਂ ਨੇ ਕਿਹਾ ਸੀ ਕਿ ਅਸੀਂ ਤੁਹਾਨੂੰ ਰੈਗੂਲਰ ਕਰ ਰਹੇ ਹਾਂ ਕਰਦੇ ਉਹ ਸਾਰੇ ਜੋ ਵੀ ਐਕਟ ਬਣਾਏ ਗਏ ਉਹ ਵਿੱਚ ਹੀ ਰਹਿ ਗਏ ਜੀ, ਔਰ ਅੱਜ ਤੱਕ ਇਸ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਸਾਡਾ ਗੁਆਂਢੀ ਸੂਬਾ ਹੈ ਜੀ ਹਰਿਆਣਾ। ਹਰਿਆਣਾ ਦੇ ਵਿੱਚ NHM ਦੇ ਸਾਰੇ ਕਰਮਚਾਰੀਆਂ ਨੂੰ ਪੇ ਸਕੇਲ ਮਿਲਦਾ ਜੀ, ਰੈਗੂਲਰ ਦੇ ਬਰਾਬਰ ਪੇ ਸਕੇਲ ਹੈ। ਜਿਵੇਂ ਹੀ ਰੈਗੂਲਰ ਨੂੰ DA ਦੀ ਕਿਸ਼ਤ ਲੱਗਦੀ ਹੈ ਉਵੇਂ ਹੀ ਉਹਨਾਂ ਨੂੰ DA ਦੀ ਕਿਸ਼ਤ ਲੱਗ ਜਾਂਦੀ ਹੈ ਜੀ। ਅਸੀਂ ਵਾਰ-ਵਾਰ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਐਟਲੀਸਟ ਇਸ ਤਰ੍ਹਾਂ ਦਾ ਪੈਟਰਨ ਬਣਾ ਲਿਆ ਜਾਵੇ, ਕੋਈ ਹਰਿਆਣਾ ਬਾਇਲਾਜ਼ ਦੀ ਤਰ੍ਹਾਂ ਪੰਜਾਬ ਬਾਇਲਾਜ਼ ਬਣਾ ਲਓ, ਜਿਹਦੇ ਨਾਲ ਪਿਕਟਸ ਸੋਸਾਇਟੀ ਦੀ ਤਰ੍ਹਾਂ, ਕੰਪਿਊਟਰ ਟੀਚਰਾਂ ਦੀ ਤਰ੍ਹਾਂ ਐਟਲੀਸਟ ਉਹਨਾਂ ਨੂੰ ਤਨਖਾਹਾਂ ਤਾਂ ਪੂਰੀਆਂ ਦੇ ਦਿਓ, ਬਣਦੇ ਲਾਭ ਛੁੱਟੀਆਂ ਆਦਿ ਇਹ ਤਾਂ ਦੇ ਦਿਓ। ਤੁਸੀਂ ਰੈਗੂਲਰ ਹੈ, ਇੱਕ ਕੰਟਰੈਕਟ ਦਾ ਜਿਹੜਾ ਧੱਬਾ ਹੈ ਉਹਨੂੰ ਹਟਾ ਦਿਓ ਜੀ। ਤੇ ਇਹ ਸਾਰੀ ਜਿਹੜੀ ਮੰਗਾਂ ਤਾਂ ਤੁਹਾਡੀ ਹੈ ਹੀ ਹੈ, ਤੇ ਦੂਜੇ ਪਾਸੇ ਕਿੰਨੀ ਕਿ ਜ਼ਿਆਦਾ ਮਹਿਲਾਵਾਂ ਵੀ NHM ਦੇ ਵਿੱਚ ਆਉਂਦੀਆਂ ਨੇ? ਜੋ 9500 ਟੋਟਲ EMPLOYEES ਨੇ, ਤੇ ਫੀਮੇਲਸ ਕਿੰਨੀਆਂ ਕਿ ਨੇ ਤੁਹਾਡੇ ਇਸ ਹੈਲਥ ਮਿਸ਼ਨ ਦੇ ਵਿੱਚ? ਮੈਮ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਲਗਭਗ 60 ਤੋਂ 70% ਮਹਿਲਾਵਾਂ ਹੀ ਨੇ, 60 ਤੋਂ 70%, ਜਿਸ ਦੇ ਵਿੱਚ ਸਾਡੀਆਂ ANM ਭੈਣਾਂ ਨੇ, ਸਾਡੀਆਂ ਸਟਾਫ ਨਰਸਿਸ ਭੈਣਾਂ ਨੇ, ਸਾਡੇ CHOs ਨੇ, ਕਮਿਊਨਿਟੀ ਹੈਲਥ ਆਫੀਸਰਸ ਨੇ, ਇਸ ਤੋਂ ਇਲਾਵਾ ਡਾਕਟਰਸ ਸਾਰੇ ਮਿਕਸ ਨੇ, ਉਹਦੇ ਚ ਮੇਲ ਨੇ, ਫੀਮੇਲ ਨੇ, ਫਾਰਮਾਸਿਸਟ ਮੇਲ ਫੀਮੇਲ ਨੇ, ਕਲੈਰੀਕਲ ਜਿਹੜਾ ਐਡਮਿਨਿਸਟ੍ਰੇਟਿਵ ਸਟਾਫ ਹੈ ਉਹਦੇ ਵਿੱਚ ਵੀ ਮੇਲ ਫੀਮੇਲ ਮਿਕਸ ਨੇ। ਬਟ ਜਿਹੜੇ ਮੇਨ ANM ਕੈਡਰ ਹੈ ਔਰ ਸਟਾਫ ਨਰਸਿਸ ਆ ਉਹ ਤਾਂ ਪਿਓਰਲੀ ਸਾਰਾ ਫੀਮੇਲ ਸਟਾਫ ਹੈ। ਠੀਕ ਹੈ। ਤੇ ਪੇ ਸਕੇਲ ਦੀ ਗੱਲ ਕਰੀਏ ਅਵਤਾਰ ਜੀ, ਪੇ ਕਿੰਨੀ ਕੀ ਮਿਲਦੀ ਹੈ? ਮਹਿੰਗਾਈ ਦਾ ਜ਼ਮਾਨਾ ਹੈ, ਹਰ ਕਿਸੇ ਨੂੰ ਘਰ ਚਲਾਉਣਾ ਹੁੰਦਾ ਹੈ, ਅਜਿਹੇ ਦੇ ਵਿੱਚ ਕਿੰਨਾ ਕਿ ਜ਼ਿਆਦਾ ਸਰਕਾਰ ਦਾ ਤੁਹਾਨੂੰ ਪੇ ਕਹੀਏ ਕਿ ਕਿੰਨੀ ਕਿ ਜ਼ਿਆਦਾ ਮਿਲਦੀ ਹੈ, ਤੇ ਕਿੰਨੀ ਕੀ ਤੁਸੀਂ ਡਿਮਾਂਡ ਕਰਦੇ ਹੋ? ਮੈਮ ਜਿਹੜਾ ਇੱਕ ਸਾਡੀ ANM ਹੈ ਜਾਂ ਸਟਾਫ ਨਰ, ANM ਦੀ ਗੱਲ ਕਰੀਏ ਜਾਂ ਸਟਾਫ ਨਰ ਦੀ, ਉਹਨਾਂ ਨੂੰ ਸ਼ੁਰੂਆਤੀ ਤਨਖਾਹ ਜਦੋਂ ਲੱਗੀਆਂ ਸੀ ਉਦੋਂ 6000 ਰੁਪਏ ਸੀ। ਸਟਾਫ ਨਰਸ ਨੂੰ 8000 ਰੁਪਏ, ANM ਨੂੰ 6000 ਰੁਪਏ। ਅੱਜ ਅਗਰ ਗੱਲ ਕਰੀਏ ਤਾਂ ਉਹ ਇੰਨੇ ਕੋਵਿਡ ਦੌਰਾਨ ਇੰਕਰੀਮੈਂਟ ਲੈ ਕੇ ਹੋਰ ਇੱਕ ਵਾਰ ਗਵਰਨਮੈਂਟ ਆਫ ਇੰਡੀਆ ਨੇ ਲਾਇਲਟੀ ਬੋਨਸ ਦਿੱਤਾ ਸਾਨੂੰ, ਉਹ ਸਾਰੇ ਮਿਲਾ ਕੇ ਵੀ 18 ਤੋਂ 20000 ਰੁਪਏ ਤੱਕ ਪਹੁੰਚੀਆਂ ਨੇ। ਠੀਕ ਹੈ ਜੀ। ਇਸੇ ਤਰ੍ਹਾਂ ਅਲੱਗ-ਅਲੱਗ ਕੈਟੇਗਰੀ ਹੈ, ਉਹ ਅਲੱਗ-ਅਲੱਗ ਕੈਟੇਗਰੀ ਐਵਰੇਜ ਜਿਹੜੀ ਹੈਗੀ ਹੈ, ਕੰਪਿਊਟਰ ਆਪਰੇਟਰ ਹੈ ਸਾਡਾ, ਇਨਫੋਰਮੇਸ਼ਨ ਅਸਿਸਟੈਂਟ, ਉਹ ਵੀ ਇਸੇ ਤਰ੍ਹਾਂ 6000 7000 ਤੇ ਲੱਗੇ ਸੀ, ਅੱਜ 20000 ਰੁਪਏ ਤੱਕ ਮਸਾਂ ਪਹੁੰਚੇ। ਉਮੀਦ ਕਰਦੇ ਹਾਂ ਅਸੀਂ ਸਰਕਾਰ ਨੂੰ, ਸਾਡੀ ਤਾਂ ਮੰਗ ਇਹੀ ਹੈ ਜੀ, ਜਿਸ ਤਰ੍ਹਾਂ ਇੱਕ ਰੈਗੂਲਰ ਨੂੰ EMPLOYEES ਨੂੰ ਤਨਖਾਹ ਦਿੱਤੀਆਂ ਜਾਂਦੀਆਂ ਨੇ, ਉਨੀਆਂ ਬਰਾਬਰ ਤਨਖਾਹਾਂ ਦਿੱਤੀਆਂ ਜਾਣ, ਉਸੇ ਤਰ੍ਹਾਂ ਸਾਨੂੰ ਛੁੱਟੀਆਂ ਦਿੱਤੀਆਂ ਜਾਣ, ਉਸੇ ਤਰ੍ਹਾਂ ਸਾਨੂੰ ਜਿਹੜੇ ਹੈਲਥ ਬੈਨੀਫਿਟ ਨੇ, ਸਾਡੇ ਬਣਦੇ ਲਾਭ ਨੇ, ਉਹ ਦਿੱਤੇ ਜਾਣ। ਇਹ ਤਾਂ ਤੁਸੀਂ ਤਨਖਾਹਾਂ ਦੀ ਗੱਲ ਕੀਤੀ ਹੈ, ਲੇਕਿਨ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਕੀ ਗੁਜ਼ਾਰਾ ਹੋ ਪਾਉਂਦਾ ਹੈ ਇਸ ਸੈਲਰੀ ਦੇ ਵਿੱਚ? ਬਹੁਤ ਮੁਸ਼ਕਿਲ ਹੈ ਮੈਮ। ਨਵੀਂ ਗੱਲ ਹੋਰ ਸੁਣ ਲਓ ਜੀ, ਪਿਛਲੇ 1 ਸਾਲ ਤੋਂ ਲਗਭਗ ਇਹ ਹਾਲਾਤ ਹੋ ਰਹੀ ਹੈ ਕਿ ਸਾਡੇ 6-7 ਮਹੀਨਿਆਂ ਤੋਂ ਇਹ ਜਿਹੜਾ ਬਜਟ ਆਉਂਦਾ ਉਹ ਸੈਲਰੀ ਦਾ ਬਜਟ ਲਗਭਗ 8-10 ਤਾਰੀਖ ਨੂੰ ਆਉਂਦਾ ਹੈ, ਔਰ ਉਹ ਫੀਲਡ ਲੈਵਲ ਤੱਕ ਜਾਂਦਿਆਂ 15 ਤਾਰੀਖ ਹੋ ਜਾਂਦੀ ਹੈ ਜੀ। ਇਹਦੇ ਵਿੱਚ ਜਿਹੜੇ ਕੋਈ ਲੋਕਾਂ ਨੇ ਵਿਚਾਰਿਆਂ ਨੇ ਆਪਣਾ ਕੋਈ ਛੋਟਾ ਮੋਟਾ ਲੋਨ ਲਿਆ ਹੁੰਦਾ, ਉਹ ਆਪਣੀ ਕਿਸ਼ਤ ਤੋਂ ਵੀ ਵਾਂਝੇ ਰਹਿ ਜਾਂਦੇ ਨੇ ਭਰਨ। ਇਹ ਵੀ ਹਾਲਾਤ ਹੈ ਜੀ, ਬਹੁਤ ਹਾਲਾਤ ਮਾੜੀਆਂ ਨੇ। ਹੋਰ ਸੁਣੋ ਜੀ, ਸਾਡੇ ਘੱਟੋ ਘੱਟ 15 ਤੋਂ 20 ਮੁਲਾਜ਼ਮ ਜਿਹੜੀਆਂ ANM ਸੀਗੀਆਂ ਉਹ ਰਿਟਾਇਰ ਵੀ ਹੋ ਚੁੱਕੀਆਂ ਨੇ ਜੀ, ਕੰਟਰੈਕਟ ਤੇ ਰਹਿੰਦੀਆਂ ਵੀ ਰਿਟਾਇਰ ਹੋ ਚੁੱਕੀਆਂ ਨੇ। ਤੇ ਬਹੁਤ ਜ਼ਿਆਦਾ ਮੁਸ਼ਕਿਲਾਂ ਵੀ ਆਉਂਦੀਆਂ ਨੇ। ਤੇ ਹੁਣ ਜਿਹੜਾ ਤੁਸੀਂ ਸਰਕਾਰ ਤੋਂ ਮੰਗ ਕਰ ਰਹੇ ਹੋ, ਫਿਲਹਾਲ 10 ਤਾਰੀਖ ਨੂੰ ਤੁਸੀਂ ਦੱਸਿਆ ਕਿ ਤੁਹਾਡੀ ਮੀਟਿੰਗ ਹੈ ਸਰਕਾਰ ਜਿਹੜੇ ਸਿਹਤ ਮੰਤਰੀ ਆ ਉਹਨਾਂ ਦੇ ਨਾਲ, ਲੇਕਿਨ ਇਸ ਤੋਂ ਇਲਾਵਾ ਮੁਲਾਜ਼ਮਾਂ ਦੀ ਗੱਲ ਕਰੀਏ ਅਵਤਾਰ ਜੀ, ਤੁਸੀਂ ਕੰਮ ਕਰਦੇ ਹੋ ਆਪਣੇ ਪਰਿਵਾਰ ਦੇ ਲਈ, ਨਾਲ ਦੇ ਨਾਲ ਸੇਵਾ ਵੀ ਕਰਦੇ ਹੋ ਇੱਕ ਤਰੀਕੇ ਦੇ ਨਾਲ ਸਿਹਤ ਮਹਿਕਮੇ ਦੇ ਵਿੱਚ ਹੋ, ਤਾਂ ਤੁਹਾਨੂੰ ਲੱਗਦਾ ਕਿ ਮੁਲਾਜ਼ਮਾਂ ਨੂੰ ਆਪਣੀ ਗੱਲ ਪਹੁੰਚਾਉਣ ਦੇ ਲਈ ਹੁਣ ਜਿਸ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਨਾ ਪੈਂਦਾ ਹੈ, ਇਹ ਇੱਕ ਵਿਕਸਿਤ ਦੇਸ਼ ਦੀ ਜਾਂ ਇੱਕ ਵਿਕਸਿਤ ਸੂਬੇ ਦੀ ਪਹਿਚਾਣ ਹੋਣੀ ਚਾਹੀਦੀ ਹੈ? ਬਿਲਕੁਲ ਨਹੀਂ ਜੀ, ਮੁਲਾਜ਼ਮਾਂ ਨੂੰ ਕਦੇ ਵੀ ਇਸ ਤਰ੍ਹਾਂ ਦੀ ਲੋੜ ਨਾ ਪਏ, ਖਾਸ ਕਰਕੇ ਸਿਹਤ ਤੇ ਸਿੱਖਿਆ, ਉਹ ਆਪਣੇ ਕੰਮ ਵਿੱਚ ਮਸਤ ਰਹਿਣ। ਸਰਕਾਰਾਂ ਨੂੰ ਇਹੋ ਜਿਹੀਆਂ ਪਾਲਿਸੀਆਂ ਲਿਆਉਣੀਆਂ ਚਾਹੀਦੀਆਂ ਨੇ ਕਿ ਉਹ ਜਿਹੜੇ ਮੁਲਾਜ਼ਮ ਨੇ ਉਹ ਇੰਨੇ ਖੁਸ਼ ਹੋਣ,
ਅਗਰ ਉਹ ਖੁਸ਼ ਹੋਣਗੇ ਤਾਂ ਉਹ ਲੋਕਾਂ ਨੂੰ ਖੁਸ਼ ਰੱਖਣਗੇ ਜੀ। ਉਹ ਆਪਣੇ ਵਰਕ ਪਲੇਸ ਤੇ ਖੁਸ਼ ਹੋਣਗੇ ਤਾਂ ਉਹ ਨਾਲ ਹੀ ਜਿੰਨੀ ਆਮ ਪਬਲਿਕ ਹੈ ਉਹਨਾਂ ਨਾਲ ਉਹੋ ਜਿਹਾ ਹੀ ਬਿਹੇਵੀਅਰ ਕਰਨਗੇ। ਜੇਕਰ ਹੁਣ ਇੱਕ ਕਰਮਚਾਰੀ ਆਪਣੇ ਘਰੋਂ ਹੀ ਸੈਟੀਸਫਾਈਡ ਨਹੀਂ ਹੈ, ਉਹਦੀ ਤਨਖਾਹ ਪੂਰੀ ਨਹੀਂ ਹੋ ਰਹੀ ਹੈ, ਉਹ ਫਰਸਟ੍ਰੇਟਡ ਹੋਊਗਾ ਤਾਂ ਉਹ ਵਰਕ ਪਲੇਸ ਤੇ ਵੀ ਫਰਸਟ੍ਰੇਸ਼ਨ ਸ਼ੋ ਕਰੇਗਾ ਜੀ। ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਸਰਕਾਰ ਨੂੰ ਪਾਲਿਸੀਆਂ ਲਿਆਉਣੀਆਂ ਚਾਹੀਦੀਆਂ ਨੇ ਤਾਂ ਜੋ ਆਮ ਜਨਤਾ ਨੂੰ ਵੀ ਕਿਸੇ ਤਰ੍ਹਾਂ ਦੀ ਤਕਲੀਫ ਨਾ ਹੋਵੇ। ਅਸੀਂ ਵੀ ਉਸੇ ਆਮ ਜਨਤਾ ਚੋਂ ਹਾਂ, ਆਮ ਘਰਾਂ ਚੋਂ ਹਾਂ, ਉਹਨਾਂ ਘਰਾਂ ਚੋਂ ਹੀ ਉੱਠ ਕੇ ਆਏ ਹਾਂ। ਤੇ ਜਿਸ ਤਰੀਕੇ ਦੇ ਨਾਲ ਨਵੀਂ ਸਰਕਾਰ ਪੰਜਾਬ ਦੇ ਵਿੱਚ ਆਈ ਸੀ ਤੇ ਸਿਹਤ ਤੇ ਸਿੱਖਿਆ ਦੀ ਗੱਲ ਕਹੀ ਸੀ, ਪ੍ਰਾਥਮਿਕਤਾ ਰੱਖੀਆਂ ਸੀਗੀਆਂ, ਤੁਹਾਨੂੰ ਲੱਗਦਾ ਹੈ ਕਿ ਉਹਨਾਂ ਉੱਤੇ ਅਮਲ ਕੀਤਾ ਜਾ ਰਿਹਾ ਹੈ? ਦੇਖੋ ਜੀ, ਉਮੀਦ ਤਾਂ ਕਰਦੇ ਆ ਸਰਕਾਰ, ਪਰ ਹਜੇ ਤੱਕ ਸਾਡੀ ਤਾਂ ਹੈਲਥ ਡਿਪਾਰਟਮੈਂਟ ਦੀ ਸਾਡੀ ਬਾਂਹ ਨਹੀਂ ਫੜੀ। ਸਰਕਾਰ ਨੇ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਨੇ, ਠੀਕ ਹੈ, ਉਹ ਲੋਕਾਂ ਨੂੰ ਸਿਹਤ ਪਹੁੰਚਾਉਣ ਲਈ, ਸਿਹਤ ਸੇਵਾਵਾਂ ਪਹੁੰਚਾਉਣ ਲਈ ਸ਼ੁਰੂ ਕੀਤੇ ਆ, ਚੰਗਾ ਉਪਰਾਲਾ ਹੈ। ਪਰ ਉਸ ਦੇ ਨਾਲ ਹੀ ਅਸੀਂ ਇਹ ਕਹਿੰਦੇ ਹਾਂ ਕਿ ਜਿਹੜੇ ਪੁਰਾਣੇ ਸਾਡੇ ਮੁਲਾਜ਼ਮ ਨੇ ਉਹਨਾਂ ਦੇ ਸਾਰਿਆਂ 15 ਸਾਲ ਹੋ ਗਏ ਜੀ। 15 ਸਾਲਾਂ ਦੇ ਵਿੱਚ ਨਾ ਤਾਂ ਹੁਣ ਉਹ ਕੰਪੀਟੀਸ਼ਨ ਲੜ ਸਕਦੇ ਨੇ, ਬਹੁਤਿਆਂ ਦੀਆਂ ਉਮਰਾਂ ਵੀ ਲੰਘ ਚੁੱਕੀਆਂ ਨੇ। ਮੈਂ ਦੱਸਿਆ ਕੁਝ ਰਿਟਾਇਰ ਹੋ ਚੁੱਕੇ ਨੇ, ਕੁਝ ਅਗਲੇ 5-4 ਸਾਲਾਂ ਵਿੱਚ ਰਿਟਾਇਰ ਹੋਣ ਵਾਲੇ ਨੇ। ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦਾ ਹੱਲ ਕਰੇ, ਉਹਨਾਂ ਨੂੰ ਕੋਈ ਸਿਕਿਉਰਿਟੀ ਜਿਹੜੀ ਹੈ, ਜੌਬ ਸਿਕਿਉਰਿਟੀ, ਉਹਨਾਂ ਨੂੰ ਫਾਈਨੈਂਸ਼ੀਅਲ ਸਿਕਿਉਰਿਟੀ, ਉਹਨਾਂ ਦੇ ਪਰਿਵਾਰਾਂ ਨੂੰ ਸੁਰੱਖਿਆ ਮਿਲੇ। ਇਹ ਸਾਰੀ ਚੀਜ਼ ਚਾਹੀਦੀ। ਬਿਲਕੁਲ, ਇਹ ਜ਼ਰੂਰੀ ਵੀ ਹੈ ਤੇ ਤੁਸੀਂ ਬਿਲਕੁਲ ਸਹੀ ਕਿਹਾ ਕਿ ਜੇਕਰ ਤੁਸੀਂ ਟੈਨਸ਼ਨ ਫ੍ਰੀ ਰਹੋਗੇ ਤਾਂ ਹੀ ਆਪਣਾ ਕੰਮ ਚੰਗੀ ਤਰੀਕੇ ਨਾਲ ਕਰ ਪਾਓਗੇ, ਨਹੀਂ ਤਾਂ ਸਾਰਾ ਦਿਨ ਦਿਮਾਗ 'ਚ ਉਹੀ ਕਿ ਸੈਲਰੀਜ਼, ਫਰਸਟ੍ਰੇਸ਼ਨ ਨੂੰ ਜਿਹੜਾ ਹੈ ਸਾਰਾ ਕਿਤੇ ਨਾ ਕਿਤੇ ਘਰ ਜਾ ਕੇ ਵੀ ਨਿਕਲਦਾ ਹੈ, ਕਿਉਂਕਿ ਹਰ ਕਿਸੇ ਦਾ ਅੱਜ ਕੱਲ੍ਹ ਮੈਂਟਲ ਹੈਲਥ ਦੀ ਗੱਲ ਕਰੀਏ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜੀ ਬਿਲਕੁਲ ਮੈਮ, ਮੈਂਟਲ ਹੈਲਥ, ਅਗਰ ਮੈਂਟਲੀ ਅਸੀਂ ਪੀਸਫੁਲ ਰਵਾਂਗੇ ਤਾਂ ਹੀ ਅਸੀਂ ਉਹ ਆਪਣੀਆਂ ਸੇਵਾਵਾਂ ਵਧੀਆ ਤਰੀਕੇ ਨਾਲ, ਆਪਣੀ ਆਊਟਪੁੱਟ ਵਧੀਆ ਦੇ ਸਕਦੇ ਹਾਂ। ਠੀਕ ਹੈ ਅਵਤਾਰ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਗੱਲ ਕੀਤੀ, ਆਪਣੀ ਗੱਲ ਜਿਹੜੀ ਹੈ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ। ਵੈਸੇ ਤਾਂ ਪ੍ਰਦਰਸ਼ਨ ਕਰਦੇ ਹੀ ਰਹਿੰਦੇ ਹੈ, ਮਿਲਦੇ ਵੀ ਹੈ, ਜਿਹੜੇ ਮੈਮੋਰੈਂਡਮ ਹੈ ਉਹ ਵੀ ਦਿੰਦੇ, ਆਪਣੀ ਮੰਗਾਂ ਨੂੰ ਵੀ ਰੱਖਦੇ ਹੈ, ਲੇਕਿਨ ਕਈ ਵਾਰੀ ਸਰਕਾਰਾਂ ਜਿਹੜੀ ਹੈ ਉਹ ਅਣਗਹਿਲੀਆਂ ਵੀ ਕਰ ਜਾਂਦੀਆਂ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਆਸ਼ਵਾਸਨ ਦੇ ਕੇ ਭੁੱਲ ਵੀ ਜਾਂਦੀਆਂ ਹੈ ਜੇਕਰ ਸਰਕਾਰਾਂ ਦੀ ਗੱਲ ਕਰੀਏ। ਤੇ ਦੂਜੇ ਪਾਸੇ ਉਮੀਦ ਕਰਦੇ ਨਵੀਂ ਸਰਕਾਰ ਹੈ, ਨਵੀਂ ਇੱਕ ਹੋਪ ਲੈ ਕੇ ਆਈ ਹੈ, ਇਹ ਜਿਹੜੀ ਮੁਲਾਜ਼ਮਾਂ ਦੀ ਗੱਲ ਜ਼ਰੂਰ ਸੁਣਨ। ਖਾਸ ਕਰ ਜੇਕਰ ਅੱਜ ਦੇ ਮੁੱਦੇ ਦੀ ਗੱਲ ਕਰੀਏ, ਅੱਜ ਦੇ ਮੁਲਾਜ਼ਮਾਂ ਦੀ ਗੱਲ ਕਰੀਏ, ਅੱਜ ਅਸੀਂ ਗੱਲ ਕੀਤੀ ਹੈ ਨੈਸ਼ਨਲ ਹੈਲਥ ਮਿਸ਼ਨ ਦੇ ਜਿਹੜੇ ਮੁਲਾਜ਼ਮ ਹੈ ਉਹਨਾਂ ਦੇ ਨਾਲ, ਉਹਨਾਂ ਨੇ ਆਪਣੀ ਸਮੱਸਿਆਵਾਂ ਦੱਸੀਆਂ, ਆਪਣੀ ਮੰਗਾਂ ਦੱਸੀਆਂ ਤੇ ਉਮੀਦ ਕਰਦੇ ਹਾਂ ਕਿ ਸਰਕਾਰ ਇਹਨਾਂ ਉੱਤੇ ਗੌਰ ਕਰਨ, ਕਿਉਂਕਿ ਇਹੀ ਮੁਲਾਜ਼ਮ ਨੇ ਜਿਹੜੇ ਕਿ ਇੱਕ ਸੂਬੇ ਨੂੰ ਬਿਹਤਰ ਬਣਾਉਂਦੇ ਆ, ਇੱਕ ਸੂਬੇ ਦੀ ਸਿਹਤ ਜਿਹੜੇ ਮਹਿਕਮਾ ਹੈ ਉਸ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ। ਹਰ ਕਿਸੇ ਦੀ ਆਪਣੀ ਇੱਕ ਭੂਮਿਕਾ ਹੈ ਤੇ ਇਹਨਾਂ ਦੀ ਵੀ ਇੱਕ ਆਪਣੀ ਭੂਮਿਕਾ ਹੈ ਤੇ ਇਸ ਭੂਮਿਕਾ ਨੂੰ ਸਰਕਾਰ ਸਮਝਣ ਤੇ ਇਹਨਾਂ ਦੀ ਗੱਲਾਂ ਉੱਤੇ ਵੀ ਗੌਰ ਕਰਨ। ਤੁਸੀਂ ਦੇਖਦੇ ਰਹੋ ਪੰਜਾਬ ਟੁਡੇ। ਸਤਿ ਸ਼੍ਰੀ ਅਕਾਲ।